Reading. Reading is a means of language acquisition, of communication, and of sharing information and ideas. ਰੀਡਿੰਗ ਕੀ ਹੈ? ਰੀਡਿੰਗ ਇੱਕ ਪ੍ਰੋਸੈਸ ਹੈ, ਇੱਕ ਟੈਕਨੀਕ ਹੈ ਡਿਫਰੈਂਟ ਲੈਂਗੁਏਜਸ ਨੂੰ ਸਿੱਖਣ ਦੀ, ਕਮਿਊਨੀਕੇਟ ਕਰਨ ਦੀ, ਆਪਣੀ ਇਨਫੋਰਮੇਸ਼ਨ ਐਂਡ ਆਈਡੀਆਜ਼ ਨੂੰ ਦੂਸਰੇ ਪਰਸਨਸ ਨਾਲ ਸ਼ੇਅਰ ਕਰਨ ਦੀ। Readers use a variety of reading strategies to assist with decoding and understanding। ਜੋ ਰੀਡਰਸ ਨੇ ਉਹ ਬਹੁਤ ਸਾਰੀਆਂ ਟੈਕਨੀਕਸ ਯੂਜ਼ ਕਰਦੇ ਨੇ ਕਿਸੇ ਇੱਕ ਪਰਟੀਕੂਲਰ ਇਨਫੋਰਮੇਸ਼ਨ ਨੂੰ ਡਿਕੋਡ ਕਰਨ ਲਈ ਔਰ ਉਸ ਨੂੰ ਅੰਡਰਸਟੈਂਡ ਕਰਨ ਲਈ। What is the purpose of reading? Reading is a process in which reader adds to his or her knowledge on the topic read by him or her। ਰੀਡਿੰਗ ਕੀ ਹੈ? ਇੱਕ ਪ੍ਰੋਸੈਸ ਹੈ ਜਿਸ ਦੇ ਅੰਡਰ ਇੱਕ ਰੀਡਰ ਆਪਣੀ ਨੌਲੇਜ ਦੇ ਵਿੱਚ ਵਾਧਾ ਕਰਦਾ ਹੈ ਕਿਸੇ ਇੱਕ ਪਰਟੀਕੂਲਰ ਟੌਪਿਕ ਦੇ ਉੱਪਰ ਜੋ ਉਸਨੇ ਪੜ੍ਹਿਆ ਹੈ, ਜੋ ਉਸਨੇ ਰੀਡ ਕੀਤਾ ਹੈ। ਰੀਡਿੰਗ ਇਜ਼ ਆਫ ਮੈਨੀ ਟਾਈਪਸ। ਰੀਡਿੰਗ ਦੀਆਂ ਕਈ ਟਾਈਪਸ ਨੇ ਜੋ ਕਿ ਨੀਚੇ ਦਿੱਤੇ ਅਨੁਸਾਰ ਐਕਸਪਲੇਨ ਕੀਤੀਆਂ ਗਈਆਂ ਹਨ। ਫਸਟ ਵਨ ਇਜ਼ ਫਾਸਟ ਰੀਡਿੰਗ। When the time is less and one has to prepare an overview of an unknown topic। ਜਦੋਂ ਟਾਈਮ ਘੱਟ ਹੋਵੇ ਔਰ ਕਿਸੇ ਅਨਨੋਨ ਟੌਪਿਕ ਦੇ ਬਾਰੇ ਵਿੱਚ ਨੌਲੇਜ ਗੇਨ ਕਰਨੀ ਹੋਵੇ ਤਾਂ ਇਹ ਵਾਲੀ ਟੈਕਨੀਕ ਯੂਜ਼ ਕੀਤੀ ਜਾਂਦੀ ਹੈ। This type of reading proves to be very helpful. It depends upon the grasping power of the reader that how much he can gain by having fast reading। ਇਹ ਇੱਕ ਪਰਸਨ ਦੀ ਇੰਟੈਲੀਜੈਂਸ ਲੈਵਲ 'ਤੇ ਡਿਪੈਂਡ ਕਰਦਾ ਹੈ ਕਿ ਫਾਸਟ ਰੀਡਿੰਗ ਦੇ ਦੌਰਾਨ ਉਹ ਰੀਡਰ ਕਿੰਨੀ ਕੁ ਨੌਲੇਜ ਨੂੰ ਗੇਨ ਕਰ ਸਕਦਾ ਹੈ। ਸੈਕਿੰਡ ਟਾਈਪ ਆਫ ਰੀਡਿੰਗ ਇਜ਼ ਸਕਿਪ ਰੀਡਿੰਗ। Skip reading is done when a person does not actually require to add to knowledge. It is mostly a time pass reading. Skip reading ਟੈਕਨੀਕ ਉਦੋਂ ਯੂਜ਼ ਕੀਤੀ ਜਾਂਦੀ ਹੈ ਜਦੋਂ ਕੋਈ ਇੱਕ ਪਰਸਨ ਆਪਣੀ ਨੌਲੇਜ ਦੇ ਵਿੱਚ ਕੋਈ ਐਡੀਸ਼ਨ ਨਹੀਂ ਕਰਨਾ ਚਾਹੁੰਦਾ। ਹੀ ਇਜ਼ ਰੀਡਿੰਗ ਜਸਟ ਫॉर ਹਿਜ਼ ਟਾਈਮ ਪਾਸ। ਫॉर ਐਗਜ਼ਾਮਪਲ ਰੀਡਿੰਗ ਨਿਊਜ਼ਪੇਪਰ ਔਰ ਮੈਗਜ਼ੀਨ ਐਟਸੈਟਰਾ। ਜਿੱਦਾਂ ਕਿ ਅਸੀਂ ਨਿਊਜ਼ਪੇਪਰ ਰੀਡ ਕਰਦੇ ਹਾਂ, ਕੋਈ ਮੈਗਜ਼ੀਨ ਰੀਡ ਕਰਦੇ ਹਾਂ। ਇਟ ਇਜ਼ ਅ type of skip reading where we only read interesting lines। ਇੱਥੇ ਸਿਰਫ ਅਸੀਂ ਆਪਣੇ ਇੰਟਰਸਟ ਦੇ ਅਕੋਰਡਿੰਗ ਹੀ ਰੀਡਿੰਗ ਲੈਂਦੇ ਹਾਂ, ਨਾ ਕਿ ਥੋਰੋ ਰੀਡਿੰਗ। ਥਰਡ ਟਾਈਪ ਇਜ਼ ਥੋਰੋ ਰੀਡਿੰਗ। It is the best way to enhance our knowledge on a particular topic or matter। ਅਗਰ ਅਸੀਂ ਕਿਸੇ ਇੱਕ ਪਰਟੀਕੂਲਰ ਟੌਪਿਕ ਦੇ ਉੱਪਰ ਆਪਣੀ ਨੌਲੇਜ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਥੋਰੋ ਰੀਡਿੰਗ ਟੈਕਨੀਕ ਯੂਜ਼ ਕਰਾਂਗੇ। Here we do not consider the timing। Our major aim is to understand the topic whether reading is twice or more than twice। ਇੱਥੇ ਟਾਈਮ ਲਿਮਿਟ ਨਹੀਂ ਕੰਸੀਡਰ ਕੀਤੀ ਜਾਂਦੀ। ਇਸ ਰੀਡਿੰਗ ਟਾਈਪ ਦੇ ਵਿੱਚ ਸਾਡਾ ਮੋਟਿਵ ਹੈ ਅੰਡਰਸਟੈਂਡਿੰਗ, ਕਿ ਅਸੀਂ ਉਸ ਟੌਪਿਕ ਨੂੰ ਅੱਛੇ ਤਰੀਕੇ ਨਾਲ ਅੰਡਰਸਟੈਂਡ ਕਰਨਾ ਹੈ, ਚਾਹੇ ਸਾਨੂੰ ਰੀਡਿੰਗ ਇੱਕ ਟਾਈਮ ਕਰਨੀ ਪਵੇ, 2 ਟਾਈਮ ਕਰਨੀ ਪਵੇ ਜਾਂ ਫਿਰ 2 ਤੋਂ ਜ਼ਿਆਦਾ ਟਾਈਮ। This kind of reading is done by students while preparing for exams। ਇਸ ਦੀ ਇੱਕ ਐਗਜ਼ਾਮਪਲ ਹੈ ਸਟੂਡੈਂਟਸ ਜਦੋਂ ਆਪਣੇ ਐਗਜ਼ਾਮੀਨੇਸ਼ਨ ਦੀ ਪ੍ਰੈਪਰੇਸ਼ਨ ਕਰਦੇ ਹਨ ਤਾਂ ਇੱਕ ਟੌਪਿਕ ਨੂੰ ਅੱਛੇ ਤਰੀਕੇ ਨਾਲ ਅੰਡਰਸਟੈਂਡ ਕਰਨ ਲਈ ਉਹ ਥੋਰੋ ਰੀਡਿੰਗ ਟੈਕਨੀਕ ਯੂਜ਼ ਕਰਦੇ ਹਨ। ਸੈਕਿੰਡ ਐਗਜ਼ਾਮਪਲ ਇਜ਼ ਅ ਮੈਨੇਜਰ ਪ੍ਰੀਪੇਅਰਿੰਗ ਫॉर ਸੈਮੀਨਾਰਸ। ਅਗਰ ਕੋਈ ਮੈਨੇਜਰ ਹੈ, ਕੋਈ ਇੰਪਲੋਈ ਹੈ, ਕਿਸੇ ਸੈਮੀਨਾਰ ਦੀ ਪ੍ਰੈਪਰੇਸ਼ਨ ਕਰ ਰਿਹਾ ਹੈ ਤਾਂ ਥੋਰੋ ਰੀਡਿੰਗ ਯੂਜ਼ ਕਰਕੇ ਉਸ ਟੌਪਿਕ ਨੂੰ ਅੱਛੇ ਤੋਂ ਅੱਛੇ ਤਰੀਕੇ ਨਾਲ ਅੰਡਰਸਟੈਂਡ ਕਰੇਗਾ ਸੋ ਦੈਟ ਹੀ ਕੈਨ ਬੀ ਕੈਪੇਬਲ ਆਫ ਐਕਸਪਲੇਨਿੰਗ ਇਟ ਪ੍ਰੋਪਰਲੀ। ਨੈਕਸਟ ਆਰ ਦ ਸਟਾਈਲਸ ਆਫ ਰੀਡਿੰਗ। There are different types of reading skills which are explained below. First style is skimming. It is used to quickly gather the most important information। Skimming style of reading ਕਦੋਂ ਯੂਜ਼ ਕੀਤਾ ਜਾਂਦਾ ਹੈ? ਜਦੋਂ ਅਸੀਂ ਕੁਇਕਲੀ ਕਿਸੇ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਹਾਸਿਲ ਕਰਨਾ ਚਾਹੁੰਦੇ ਹਾਂ। Run your eyes over the text, noting important information। ਇੱਕ ਪਰਟੀਕੂਲਰ ਪੀਸ ਆਫ ਰਾਈਟਿੰਗ ਦੇ ਉੱਪਰ ਜਲਦੀ ਦੇਖੋ ਔਰ ਜੋ ਤੁਹਾਡੇ ਇੰਪੋਰਟੈਂਟ ਪੁਆਇੰਟਸ ਹਨ ਉਹਨਾਂ ਨੂੰ ਅੰਡਰਲਾਈਨ ਕਰੋ। ਯੂਜ਼ ਸਕਿਮਿੰਗ
to quickly get up to the speed on a current business situation. It is not essential to understand each word when skimming. ਜਦੋਂ ਅਸੀਂ skimming ਕਰਦੇ ਹਾਂ then it is not important to understand each and every line or word. Examples of skimming. Skimming ਦੀਆਂ ਕੁਝ examples ਹਨ. Number 1, the daily reading of newspaper. Number 2, magazines reading in leisure time. Number 3, ਬਿਜ਼ਨਸ ਐਂਡ ਟਰੈਵਲ ਬ੍ਰੋਸ਼ਰ ਰੀਡਿੰਗ. ਜਦੋਂ ਅਸੀਂ ਨਿਊਜ਼ਪੇਪਰ ਪੜ੍ਹਦੇ ਹਾਂ, ਮੈਗਜ਼ੀਨਸ ਰੀਡ ਕਰਦੇ ਹਾਂ, ਕੋਈ ਬ੍ਰੋਸ਼ਰ ਰੀਡ ਕਰਦੇ ਹਾਂ, ਦੈਨ ਇਟ ਇਜ਼ ਅ ਟਾਈਪ ਆਫ ਸਕਿਮਿੰਗ. ਵੀ ਓਨਲੀ ਲੁੱਕ ਫॉर ਦ ਇੰਪੋਰਟੈਂਟ ਪੁਆਇੰਟਸ that are available in the text. Second style of reading is skip reading. Skip reading is done when a person does not actually requires to add knowledge. Then he uses scanning. Scanning is used to find a particular piece of information. Run your eyes over the text looking for the specific piece of information you read. ਕੋਈ ਤੁਸੀਂ ਪੈਰਾਗ੍ਰਾਫ ਰੀਡ ਕਰ ਰਹੇ ਹੋ, ਉਹਦੇ ਵਿੱਚੋਂ ਤੁਸੀਂ ਕੋਈ ਇੱਕ ਮੇਨ ਲਾਈਨ ਦੇ ਬਾਰੇ ਦੇਖ ਰਹੇ ਹੋ ਤਾਂ ਤੁਸੀਂ ਸਕੈਨਿੰਗ ਯੂਜ਼ ਕਰੋਗੇ. ਪੂਰਾ ਪੈਰਾਗ੍ਰਾਫ ਨੂੰ ਰੀਡ ਕਰਨ ਦੇ ਬਜਾਏ ਅਸੀਂ ਸਿਰਫ ਕੋਸ਼ਿਸ਼ ਕਰਾਂਗੇ ਉਹ ਵਾਲੇ ਪੁਆਇੰਟਸ ਨੂੰ ਲੱਭਣ ਦੀ ਜਿਹੜੇ ਸਾਨੂੰ ਚਾਹੀਦੇ ਹਨ. Use scanning on schedules, meeting plans, etc. in order to find the specific details you require. ਅਸੀਂ ਸਕੈਨਿੰਗ ਟੈਕਨੀਕ ਕਦੋਂ ਯੂਜ਼ ਕਰਦੇ ਹਾਂ? ਜਦੋਂ ਅਸੀਂ ਮੀਟਿੰਗ ਪਲਾਨਸ ਦੀਆਂ ਸਪੈਸੀਫਿਕ ਡੇਟਸ ਔਰ ਟਾਈਮਿੰਗਸ ਜਾਂ ਫਿਰ ਕੋਈ ਇੱਕ ਸ਼ਡਿਊਲ ਨੂੰ ਰੀਡ ਕਰ ਰਹੀ ਹੋਈਏ ਕਿ ਇਸ ਦੀਆਂ ਟਾਈਮਿੰਗਸ ਕੀ ਹਨ, ਕਦੋਂ ਹੈਲਡ ਹੋ ਰਿਹਾ ਹੈ, on which date it will be held. Next are some examples of scanning. The words on TV section of your newspaper. ਇੱਕ ਐਗਜ਼ਾਮਪਲ ਹੈ ਨਿਊਜ਼ਪੇਪਰ ਦੇ ਉੱਪਰ ਇੱਕ ਸੈਕਸ਼ਨ ਜਿਸ ਦੇ ਵਿੱਚ ਸਾਡੇ TV ਦੀ ਸ਼ਡਿਊਲਿੰਗ ਆਉਂਦੀ ਹੈ ਕਿ ਕਿਹੜਾ ਪਰਟੀਕੂਲਰ ਪ੍ਰੋਗਰਾਮ ਕਿਸ ਟਾਈਮ 'ਤੇ ਸ਼ੋ ਹੋਏਗਾ. ਸੈਕਿੰਡ ਇਜ਼ ਅ ਟ੍ਰੇਨ ਔਰ ਏਅਰਪਲੇਨ ਸ਼ਡਿਊਲ. ਜਦੋਂ ਅਸੀਂ ਟ੍ਰੇਨ ਦੀਆਂ ਐਰੋਪਲੇਨ ਦੀਆਂ ਟਾਈਮਿੰਗਸ ਚੈੱਕ ਕਰਨੀਆਂ ਹੁੰਦੀਆਂ ਤਾਂ ਅਸੀਂ ਸਕੈਨਿੰਗ ਯੂਜ਼ ਕਰਦੇ ਹਾਂ. ਅ ਕਾਨਫਰੰਸ ਗਾਈਡ. Next style of reading is extensive reading. Extensive reading is used to obtain a general understanding of a subject and includes reading longer text for pleasure as well as business books. Extensive reading ਕਦੋਂ ਯੂਜ਼ ਕੀਤੀ ਜਾਂਦੀ ਹੈ? ਜਦੋਂ ਅਸੀਂ ਕਿਸੇ ਇੱਕ ਪਰਟੀਕੂਲਰ ਸਬਜੈਕਟ ਦੇ ਉੱਪਰ ਪੂਰੀ ਇਨਫੋਰਮੇਸ਼ਨ ਅੰਡਰਸਟੈਂਡਿੰਗ ਗੇਨ ਕਰਨੀ ਚਾਹੁੰਦੇ ਹਾਂ. Use extensive reading skills to improve your general knowledge of business procedures. ਜਦੋਂ ਅਸੀਂ ਸਾਡੇ ਬਿਜ਼ਨਸ ਨਾਲ ਰਿਲੇਟਡ ਜਨਰਲ ਇਨਫੋਰਮੇਸ਼ਨ ਨੂੰ ਇਨਕਰੀਜ਼ ਕਰਨੀ ਚਾਹੁੰਦੇ ਹਾਂ ਤਾਂ ਅਸੀਂ ਐਕਸਟੈਂਸਿਵ ਰੀਡਿੰਗ ਟੈਕਨੀਕ ਯੂਜ਼ ਕਰਦੇ ਹਾਂ. Do not worry if you understand each word. It is important in extensive reading to understand each and every line as well as word. Some examples of extensive reading are: number 1, the latest marketing book. Number 2, a novel you read before going to bed. Number 3, magazine articles that interest you. Next style of reading is intensive reading. Intensive reading is used on shorter text in order to extract specific information. It includes very close, accurate reading for detail. ਅਗਰ ਅਸੀਂ ਕਰੈਕਟ ਇਨਫੋਰਮੇਸ਼ਨ ਚਾਹੁੰਦੇ ਹਾਂ ਤਾਂ ਅਸੀਂ ਇੰਟੈਂਸਿਵ ਰੀਡਿੰਗ ਯੂਜ਼ ਕਰਾਂਗੇ. Use intensive reading skills to grasp the details of a specific situation. In this case, it is important for you to understand each word, number or fact. Intensive reading ਦੇ ਵਿੱਚ ਇੱਕ ਪੈਰਾਗ੍ਰਾਫ ਦੇ ਅੰਡਰ ਜੋ ਵੀ ਨੰਬਰਸ ਯੂਜ਼ ਕੀਤੇ ਗਏ ਨੇ, ਡੇਟਸ ਯੂਜ਼ ਕੀਤੀਆਂ ਗਈਆਂ, ਜੋ ਵੀ ਵਰਡਸ ਯੂਜ਼ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਧਿਆਨ ਨਾਲ ਪੜ੍ਹਾਂਗੇ ਔਰ ਅੰਡਰਸਟੈਂਡ ਕਰਾਂਗੇ. There are some examples of intensive reading. Number 1, a bookkeeping record. ਅਗਰ ਅਸੀਂ ਬੁੱਕਸ ਦਾ ਰਿਕਾਰਡ ਰੱਖ ਰਹੇ ਹਾਂ ਤਾਂ ਅਸੀਂ ਧਿਆਨ ਨਾਲ ਬੁੱਕ ਦਾ ਨੇਮ ਨੋਟ ਕਰਾਂਗੇ, ਬੁੱਕ ਦੀ ਪਬਲਿਸ਼ਿੰਗ ਡੇਟ ਨੋਟ ਕਰਾਂਗੇ ਔਰ ਬੁੱਕ ਕਿਸ ਆਥਰ ਦੀ ਹੈ ਇਸ ਨੂੰ ਨੋਟ ਕਰਾਂਗੇ.
ਨੈਕਸਟ ਇਜ਼ ਐਨ ਇੰਸ਼ੋਰੈਂਸ ਕਲੇਮ। ਅਗਰ ਅਸੀਂ ਇੰਸ਼ੋਰੈਂਸ ਪੋਲਿਸੀ ਨੂੰ ਰੀਡ ਕਰ ਰਹੇ ਹਾਂ ਸਾਈਨ ਕਰਨ ਦੇ ਲਈ ਤਾਂ ਦੈਨ ਇਟ ਇਜ਼ ਵੈਰੀ ਇੰਪੋਰਟੈਂਟ ਟੂ ਰੀਡ ਈਚ ਐਂਡ ਐਵਰੀ ਲਾਈਨ present in the insurance claim form. Last is a contract. Before signing any contract, it is very important to understand each and every condition that is written in that contract. So these are the 4 types of styles of reading. Number 1 is skimming, scanning, extensive reading and intensive reading. Next are the techniques of systematic reading. The systematic reading method is completed in following 5 steps. Systematic reading ਕੀ ਹੈ? ਇਸ ਟੈਕਨੀਕ ਦੇ ਅੰਡਰ ਜੋ ਸਟੈਪਸ ਆਉਂਦੇ ਹਨ ਉਹ ਨੀਚੇ ਡਿਸਕ੍ਰਾਈਬ ਕੀਤੇ ਗਏ ਹਨ. Step 1 is simple view. You should read the chapter simply. It involves total, syllabus, headings and subheadings. This is not the actual reading the whole chapter. ਅਗਰ ਅਸੀਂ ਕੋਈ ਬੁੱਕ ਨੂੰ ਰੀਡ ਕਰਨਾ ਸਟਾਰਟ ਕਰਦੇ ਹਾਂ ਸਿੰਪਲੀ ਅਸੀਂ ਬੁੱਕ ਓਪਨ ਕਰਾਂਗੇ ਔਰ ਦੇਖਾਂਗੇ that how many chapters are there, which is the syllabus, the headings, the tables, the pictures, diagrams, etc. It is called simple view. After simple view, second step is reading. In this step, you should read slowly and seriously to get proper knowledge related to the topic. ਇਸ ਸਟੈਪ ਦੇ ਵਿੱਚ ਅਸੀਂ ਰੀਡਿੰਗ ਸਟਾਰਟ ਕਰਾਂਗੇ slowly, seriously so that we can gain proper knowledge and understanding related to that specific topic that we are reading. You clear all your doubts related to the topic and underline all the important sentences and escape all other lines. ਜੋ ਸਾਡੇ ਇਸ ਟੌਪਿਕ ਜੋ ਅਸੀਂ ਪੜ੍ਹ ਰਹੇ ਹਾਂ ਉਸ ਦੇ ਨਾਲ ਰਿਲੇਟਡ ਜੋ ਵੀ ਡਾਊਟਸ ਨੇ ਉਹਨਾਂ ਨੂੰ ਰੀਡਿੰਗ ਦੇ ਥਰੂ ਕਲੀਅਰ ਕਰਾਂਗੇ ਔਰ ਜੋ ਸਾਡੀਆਂ ਇੰਪੋਰਟੈਂਟ ਲਾਈਨਸ ਨੇ ਉਹਨਾਂ ਨੂੰ ਅਸੀਂ ਅੰਡਰਲਾਈਨ ਕਰਾਂਗੇ ਔਰ ਉਸ ਤੋਂ ਬਿਨਾਂ ਜੋ ਵੀ ਲਾਈਨਸ ਸਾਨੂੰ ਲੱਗਦਾ ਕਿ ਇੰਪੋਰਟੈਂਟ ਨਹੀਂ ਹਨ ਅਸੀਂ ਉਹ ਸਾਰੀਆਂ ਲਾਈਨਸ ਨੂੰ ਸਕਿਪ ਕਰ ਦਾਂਗੇ. Different methods in this step of reading are given below. ਰੀਡਿੰਗ ਕਰਨ ਦੇ ਬਹੁਤ ਸਾਰੇ ਮੈਥਡਸ ਨੇ ਜੋ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਜਿੱਦਾਂ ਕਿ ਸਕਿਮਿੰਗ ਰੀਡਿੰਗ, ਸਕੈਨਿੰਗ ਰੀਡਿੰਗ, ਐਕਸਟੈਂਸਿਵ ਰੀਡਿੰਗ ਐਂਡ ਇੰਟੈਂਸਿਵ ਰੀਡਿੰਗ. ਸਕਿਮਿੰਗ ਦੇ ਵਿੱਚ ਕੀ ਹੈ? ਅਸੀਂ ਜਲਦੀ ਟੈਕਸਟ ਦੇ ਉੱਪਰ ਆਪਣੀ ਨਿਗਾਹ ਘੁਮਾਵਾਂਗੇ ਔਰ ਜੋ ਸਾਨੂੰ ਇੰਪੋਰਟੈਂਟ ਦਿਖੇਗਾ ਉਸ ਨੂੰ ਅਸੀਂ ਅੰਡਰਲਾਈਨ ਕਰਾਂਗੇ. ਸਕੈਨਿੰਗ ਦੇ ਵਿੱਚ ਕੀ ਹੈ? ਅਸੀਂ ਪ੍ਰੋਪਰਲੀ ਸਕੈਨ ਕਰਾਂਗੇ ਪੈਰਾਗ੍ਰਾਫ ਨੂੰ ਕਿ ਇਸ ਦੇ ਵਿੱਚ ਕੀ ਇਨਫੋਰਮੇਸ਼ਨ ਦਿੱਤੀ ਗਈ ਹੈ. ਐਕਸਟੈਂਸਿਵ ਰੀਡਿੰਗ ਕੀ ਹੈ? ਜਦੋਂ ਅਸੀਂ ਥੋਰੋਲੀ ਕਿਸੇ ਇੱਕ ਟੌਪਿਕ ਨੂੰ ਕਿਸੇ ਚੈਪਟਰ ਨੂੰ ਰੀਡ ਕਰਦੇ ਹਾਂ. ਇੰਟੈਂਸਿਵ ਰੀਡਿੰਗ ਕੀ ਹੈ? ਜਦੋਂ ਅਸੀਂ ਚਾਹੁੰਦੇ ਹਾਂ ਉਸ ਟੌਪਿਕ ਨਾਲ ਰਿਲੇਟਡ ਹਰ ਇੱਕ ਲਾਈਨ ਨੂੰ ਅੱਛੀ ਤਰ੍ਹਾਂ ਸਮਝੀਏ ਹਰ ਇੱਕ ਵਰਡ ਨੂੰ ਅੱਛੀ ਤਰ੍ਹਾਂ ਗੇਨ ਕਰੀਏ then we will use intensive reading. Third step is note making. After reading and after simple view, you note all important lines in simple language to get proper knowledge and to record it. After reading the paragraph, the text, we will underline the important lines and we will write all them on a notebook to keep a record of it. Note making is very useful when you do multiple activities. Note making ਜੋ ਵੀ ਅਸੀਂ ਪੜ੍ਹਿਆ ਹੈ ਉਸ ਨੂੰ ਕਾਪੀ 'ਤੇ ਉਤਾਰਾਂਗੇ. ਇਟ ਇਜ਼ ਵੈਰੀ ਇੰਪੋਰਟੈਂਟ ਜਦੋਂ ਅਸੀਂ ਇੱਕ ਤੋਂ ਜ਼ਿਆਦਾ ਕੰਮ ਕਰ ਰਹੇ ਹੋਵਾਂਗੇ ਤਾਂ ਸਾਨੂੰ ਨੋਟ ਮੇਕਿੰਗ ਬਹੁਤ ਹੈਲਪ ਕਰੇਗੀ. ਨੋਟ ਮੇਕਿੰਗ ਦੇ ਨਾਲ ਜੋ ਅਸੀਂ ਪੜ੍ਹਿਆ ਹੈ ਉਸ ਨੂੰ ਕਦੇ ਵੀ ਭੁੱਲਾਂਗੇ ਨਹੀਂ. ਨੋਟ ਮਸਟ ਬੀ ਗੁੱਡ ਐਂਡ ਸ਼ਾਰਟ ਕੰਟੇਨਿੰਗ ਆਲ ਦਾ ਇੰਪੋਰਟੈਂਟ ਇਨਫੋਰਮੇਸ਼ਨ. ਕਿਸੇ ਇੱਕ ਪੈਰਾਗ੍ਰਾਫ ਨੂੰ ਰੀਡ ਕਰਨ ਤੋਂ ਬਾਅਦ ਜੋ ਅਸੀਂ ਪੜ੍ਹਿਆ ਉਸ ਨੂੰ ਕਾਪੀ 'ਤੇ ਉਤਾਰਾਂਗੇ ਸਿਰਫ ਇੱਕ ਸ਼ਾਰਟ ਲੈਂਗੁਏਜ ਦੇ ਵਿੱਚ ਬਟ ਇਟ ਸ਼ੁੱਡ ਬੀ ਕਲੀਅਰ ਸੋ ਦੈਟ ਸਾਨੂੰ ਉਸ ਦੀ ਇਨਫੋਰਮੇਸ਼ਨ ਬਾਰੇ ਪਤਾ ਲੱਗੇ ਜਦੋਂ ਅਸੀਂ ਬਾਅਦ ਵਿੱਚ ਆਪਣੇ ਨੋਟਸ ਨੂੰ ਪੜ੍ਹੀਏ. ਨੈਕਸਟ ਸਟੈਪ ਇਜ਼ ਰਿਵਿਊ ਐਂਡ ਸਟੱਡੀ ਲੇਟਰ.
The main reason why we take notes is to aid our study later. ਅਸੀਂ ਨੋਟਸ ਕਿਉਂ ਬਣਾਉਂਦੇ ਹਾਂ? ਤਾਂ ਕਿ ਜਦੋਂ ਅਸੀਂ ਬਾਅਦ ਵਿੱਚ ਉਸ ਟੌਪਿਕ ਨੂੰ ਦੁਬਾਰਾ ਪੜ੍ਹੀਏ ਤਾਂ ਸਾਨੂੰ ਫੁੱਲ ਪੈਰਾਗ੍ਰਾਫ ਨਾ ਪੜ੍ਹਨਾ ਪਵੇ। ਸਿਰਫ ਅਸੀਂ ਜੋ ਇੰਪੋਰਟੈਂਟ ਪੁਆਇੰਟਸ ਪੜ੍ਹੇ ਸਨ ਉਹਨਾਂ ਨੂੰ ਹੀ ਰਿਵਾਈਜ਼ ਕਰ ਸਕੀਏ, ਰਿਵਿਊ ਕਰ ਸਕੀਏ। ਤਾਂ ਉਸ ਟਾਈਮ 'ਤੇ ਅਸੀਂ ਪੂਰਾ ਪੈਰਾਗ੍ਰਾਫ ਪੜ੍ਹਨ ਦੀ ਜਗ੍ਹਾ 'ਤੇ ਸਿਰਫ ਆਪਣੇ ਨੋਟਸ ਨੂੰ ਹੀ ਪੜ੍ਹਾਂਗੇ ਔਰ ਜੋ ਅਸੀਂ ਪਹਿਲਾਂ ਪੜ੍ਹ ਚੁੱਕੇ ਸੀ, ਜੋ ਅਸੀਂ ਰੀਡਿੰਗ ਕਰ ਚੁੱਕੇ ਸੀ ਸੈਕੰਡ ਸਟੈਪ ਦੇ ਵਿੱਚ, ਉਹ ਸਾਨੂੰ ਪੂਰਾ ਰਿਵਾਈਜ਼ ਹੋ ਜਾਏਗਾ। ਸਾਡੇ ਮਾਈਂਡ ਦੇ ਵਿੱਚ ਜੋ ਪੁਆਇੰਟਸ ਅਸੀਂ ਪੜ੍ਹੇ ਸਾਨੂੰ ਫਰੈਸ਼ ਹੋ ਜਾਣਗੇ। ਯੂਜ਼ ਦੈਮ ਅਪਰੋਪਰੀਏਟਲੀ। ਰਿਵਿਊ ਆਲ ਦਾ ਰਿਟਨ ਮੈਟਰ ਐਂਡ ਚੈੱਕ ਇਟ ਕੇਅਰਫੁਲੀ। ਜੋ ਅਸੀਂ ਲਿਖਿਆ ਸੀ ਉਹਨੂੰ ਪ੍ਰੋਪਰਲੀ ਐਪਰੋਪਰੀਏਟਲੀ ਰੀਡ ਕਰਾਂਗੇ, ਰਿਵਿਊ ਕਰਾਂਗੇ ਔਰ ਕੇਅਰਫੁਲੀ ਚੈੱਕ ਕਰਾਂਗੇ। It is best to begin this process within 24 hours of taking notes. अगर असी notes बनाए ने then it will be best for us if we revise our notes within 24 hours. Otherwise we will forget all the information that we had written in the notebook. The more you use notes, the more you will become familiar with the information. जिन्ना तुसी notes ਨੂੰ use ਕਰੋਗੇ ਉਨਾ ਹੀ ਤੁਸੀਂ ਇਨਫੋਰਮੇਸ਼ਨ ਦੇ ਨਾਲ ਇਨਫੋਰਮੇਸ਼ਨ ਨੂੰ ਜ਼ਿਆਦਾ ਅੰਡਰਸਟੈਂਡ ਕਰੋਗੇ। ਇਹ ਨੋਟਸ ਕੀ ਨੇ? ਜੋ ਅਸੀਂ ਰੀਡਿੰਗ ਕੀਤੀ ਸੀ ਔਰ ਉਸ ਨੂੰ ਬਾਅਦ ਵਿੱਚ ਆਪਣੀ ਕਾਪੀ ਦੇ ਉੱਪਰ ਉਤਾਰਿਆ ਸੀ, ਮੇਨ ਪੁਆਇੰਟਸ ਨੂੰ। ਸਿਸਟਮੈਟਿਕ ਰੀਡਿੰਗ ਦਾ ਨੈਕਸਟ ਸਟੈਪ ਹੈ ਇੰਪਰੂਵ ਯੋਰ ਰੀਡਿੰਗ ਸਕਿੱਲਸ। ਆਪਣੀਆਂ ਰੀਡਿੰਗ ਸਕਿੱਲਸ ਨੂੰ ਇੰਪਰੂਵ ਕਰੋ। ਯੂ ਕੈਨ ਇੰਪਰੂਵ ਯੋਰ ਰੀਡਿੰਗ ਸਕਿੱਲਸ ਯੂਜ਼ਿੰਗ ਫੋਲੋਇੰਗ ਮੈਥਡਸ। ਅਸੀਂ ਆਪਣੀਆਂ ਰੀਡਿੰਗ ਸਕਿੱਲਸ ਨੂੰ ਇੰਪਰੂਵ ਕਰ ਸਕਦੇ ਹਾਂ ਨੀਚੇ ਦਿੱਤੇ ਗਏ ਮੈਥਡਸ ਨੂੰ ਯੂਜ਼ ਕਰਕੇ। ਫਸਟ ਮੈਥਡ ਇਜ਼ ਪਾਰਟੀਸਿਪੇਟ ਇਨ ਰੀਡਿੰਗ ਪ੍ਰੋਗਰਾਮ। Most colleges often organize reading programs for students. These programs are based on their education level. It will help them to increase their reading skills. ਅਸੀਂ ਆਪਣੀਆਂ ਰੀਡਿੰਗ ਸਕਿੱਲਸ ਇਨਕਰੀਜ਼ ਕਰ ਸਕਦੇ ਹਾਂ, ਐਨਹਾਂਸ ਕਰ ਸਕਦੇ ਹਾਂ ਵੇਰੀਅਸ ਰੀਡਿੰਗ ਪ੍ਰੋਗਰਾਮਸ ਦੇ ਵਿੱਚ ਪਾਰਟੀਸਿਪੇਟ ਕਰਕੇ। ਇਹ ਪ੍ਰੋਗਰਾਮਸ ਵੇਰੀਅਸ ਕਾਲਜਸ ਵੱਲੋਂ, ਯੂਨੀਵਰਸਿਟੀਜ਼ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਨੇ ਸਟੂਡੈਂਟਸ ਦੇ ਲਈ ਔਰ ਸਟੂਡੈਂਟਸ ਨੂੰ ਚਾਹੀਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇੱਦਾਂ ਦੇ ਪ੍ਰੋਗਰਾਮਸ ਦੇ ਵਿੱਚ ਪਾਰਟੀਸਿਪੇਟ ਕਰਨ। ਸੈਕੰਡ ਮੈਥਡ ਇਜ਼ ਇਨਕਰੀਜ਼ ਯੋਰ ਵੋਕੈਬਲਰੀ। ਰੀਡ ਡਿਫਰੈਂਟ ਬੁੱਕਸ ਇਨ ਨਿਊਜ਼ਪੇਪਰਸ ਐਂਡ ਮੈਗਜ਼ੀਨਸ ਟੂ ਇਨਕਰੀਜ਼ ਯੋਰ ਵੋਕੈਬਲਰੀ। ਅਗਰ ਰੀਡਿੰਗ ਨੂੰ ਇੰਪਰੂਵ ਕਰਨਾ ਹੈ ਦੈਨ ਵੋਕੈਬਲਰੀ ਨੂੰ ਇੰਪਰੂਵ ਕਰਨਾ ਪਵੇਗਾ। ਵੋਕੈਬਲਰੀ ਕਿੱਦਾਂ ਇੰਪਰੂਵ ਹੋਏਗੀ? ਅਗਰ ਅਸੀਂ ਟਾਈਮ ਟੂ ਟਾਈਮ ਕੁਝ ਨਾ ਕੁਝ ਪੜ੍ਹਦੇ ਰਹੀਏ। ਕੁਝ ਬੁੱਕਸ ਪੜ੍ਹਨੀਆਂ ਚਾਹੀਦੀਆਂ, ਨਿਊਜ਼ਪੇਪਰ ਪੜ੍ਹਨੇ ਚਾਹੀਦੇ ਆ, ਮੈਗਜ਼ੀਨਸ ਪੜ੍ਹਨੇ ਚਾਹੀਦੇ ਆ ਸੋ ਦੈਟ ਅਸੀਂ ਨਿਊ ਵਰਡਸ ਦੇ ਨਾਲ ਫੈਮੀਲੀਅਰ ਹੋ ਸਕੀਏ ਔਰ ਉਹਨਾਂ ਵਰਡਸ ਨੂੰ ਰੀਡਿੰਗ ਦੇ ਟਾਈਮ ਅਸੀਂ ਯੂਜ਼ ਕਰ ਸਕੀਏ। ਨੈਕਸਟ ਮੈਥਡ ਇਜ਼ ਸਟਰੈਂਥਨ ਸਪੈਲਿੰਗ ਸਕਿੱਲਸ। ਪ੍ਰੈਕਟਿਸ ਦ ਸਪੈਲਿੰਗਸ। ਰਾਈਟ ਦ ਵਰਡਸ ਔਨ ਅ ਪੇਪਰ ਐਂਡ ਰਿਵਾਈਜ਼ them on daily basis. Suppose in English language there are different difficult spellings. ਸੋ ਅਗਰ ਅਸੀਂ ਆਪਣੀ ਵੋਕੈਬਲਰੀ ਐਨਹਾਂਸ ਕਰਨੀ ਹੈ ਤਾਂ ਸਾਨੂੰ ਉਹ ਵਰਡਸ ਨੂੰ ਪੜ੍ਹਨਾ ਪਏਗਾ ਔਰ ਵੋਕੈਬਲਰੀ ਐਨਹਾਂਸ ਕਰਨ ਤੋਂ ਬਾਅਦ ਜਦੋਂ ਅਸੀਂ ਉਹ ਵਰਡਸ ਨੂੰ ਲਿਖਣਾ ਹੈ, ਪੈਰਾਗ੍ਰਾਫ ਦੇ ਵਿੱਚ ਯੂਜ਼ ਕਰਨਾ ਹੈ ਦੈਨ ਇਟ ਇਜ਼ ਵੈਰੀ ਇੰਪੋਰਟੈਂਟ ਟੂ ਯੂਜ਼ ਕਰੈਕਟ ਸਪੈਲਿੰਗਸ। ਸਪੈਲਿੰਗਸ ਕਰੈਕਟ ਕਿੱਦਾਂ ਹੋ ਸਕਦੇ ਆ? ਜਦੋਂ ਅਸੀਂ ਜੋ ਵਰਡਸ ਪੜ੍ਹੇ ਨੇ ਉਹਨਾਂ ਨੂੰ ਇੱਕ ਪੇਪਰ ਦੇ ਉੱਪਰ ਲਿਖੀਏ ਔਰ ਉਹਨਾਂ ਨੂੰ ਡੇਲੀ ਰਿਵਾਈਜ਼ ਕਰੀਏ, ਡੇਲੀ ਉਹਨਾਂ ਦੇ ਸਪੈਲਿੰਗਸ ਨੂੰ ਰਿਵਾਈਜ਼ ਕਰੀਏ ਤਾਂ ਸਾਡੇ ਲਈ ਹੈਲਪਫੁਲ ਹੋਏਗਾ, ਸਾਡੀ ਰੀਡਿੰਗ ਲਈ ਹੈਲਪਫੁਲ ਹੋਏਗਾ। ਅਸੀਂ ਇੱਕ ਲੈਂਗੁਏਜ ਦੇ ਡਿਫਰੈਂਟ ਵਰਡਸ ਨਾਲ ਫੈਮੀਲੀਅਰ ਹੋ ਜਾਵਾਂਗੇ। ਸੋ these are the points, the steps that are included in systematic reading. First step was simple view. Second was reading and step 3 note making. Step 4 review and study later. Step 5 improve your reading skills.